ਵੀ ਦੁਨੀਆ ਵਿੱਚ ਦੋ ਤਰ੍ਹਾਂ ਦੇ ਲੋਕ ਹੁੰਦੇ ਨੇ। ਪੈਸੇ ਨੂੰ ਲੈ ਕੇ ਜਿਹੜੀ ਵੰਡ ਆ ਉਹ ਦੋ ਤਰੀਕੇ ਦੇ ਨਾਲ ਕੀਤੀ ਜਾਂਦੀ ਆ। ਪਹਿਲੇ ਨੰਬਰ ਤੇ ਜਿਹੜੀ ਕੈਟਾਗਰੀ ਆਂਦੀ ਆ ਉਹਨੂੰ ਕਾਮਯਾਬ ਲੋਕਾਂ ਦੀ ਕੈਟਾਗਰੀ ਵਿੱਚ ਰੱਖਿਆ ਜਾਂਦਾ, ਉਹ ਲੋਕ ਹੁੰਦੇ ਨੇ। ਔਰ ਦੂਸਰੇ ਲੋਕ, ਦੂਸਰੀ ਕੈਟਾਗਰੀ ਆ, ਉਹ ਨਾਕਾਮਯਾਬ ਲੋਕਾਂ ਦੀ ਕੈਟਾਗਰੀ ਹੁੰਦੀ ਆ। ਹੁਣ ਆਪਾਂ ਗੱਲ ਕਰਦੇ ਹਾਂ ਕਿ ਉਹ ਕਿਹੜੀਆਂ ਚੀਜ਼ਾਂ ਨੇ ਜੋ ਕਿਸੇ ਇੱਕ ਵਿਅਕਤੀ ਨੂੰ ਕਾਮਯਾਬ ਬਣਾਉਂਦੀਆਂ ਨੇ ਉਹਦੀ ਜ਼ਿੰਦਗੀ ਦੇ ਵਿੱਚ। ਤੇ ਜਦੋਂ ਵੀ ਕਿਸੇ ਵਿਅਕਤੀ ਦੇ ਕੋਲ ਉਹਦੀਆਂ ਖੁਦ ਦੀਆਂ ਜ਼ਰੂਰਤਾਂ ਤੋਂ ਵੱਧ ਬਹੁਤ ਸਾਰਾ ਪੈਸਾ, ਬਹੁਤ ਸਾਰਾ ਸਮੇਂ ਉਸ ਪੈਸੇ ਨੂੰ ਖਰਚਣ ਵਾਸਤੇ, ਔਰ ਉਹ ਜੋ ਪੈਸਾ ਉਹਨੂੰ ਆ ਰਿਹਾ ਹੁੰਦਾ ਕਿਸੇ ਫਾਈਨੈਂਸ਼ੀਅਲ ਜਿਹੜਾ ਸੋਰਸ ਆ ਉਹਦਾ ਸਿਕਿਉਰ ਆ, ਮਤਲਬ ਸਿਕਿਉਰਿਟੀ ਆ ਉਹਦੇ ਕੋਲ, ਸੁਰੱਖਿਆ ਆ। ਸੋ ਪੈਸੇ ਦੀ ਆਜ਼ਾਦੀ, ਸਮੇਂ ਦੀ ਆਜ਼ਾਦੀ ਔਰ ਸੁਰੱਖਿਅਤ ਢੰਗ ਨਾਲ ਜਿਹੜਾ ਪੈਸਾ ਕਿਸੇ ਵੀ ਵਿਅਕਤੀ ਦੇ ਕੋਲ ਆ ਰਿਹਾ, ਉਸ ਵਿਅਕਤੀ ਨੂੰ ਉਹਦੀ ਜ਼ਿੰਦਗੀ ਦੇ ਵਿੱਚ ਕਾਮਯਾਬ ਇਨਸਾਨ ਮੰਨਿਆ ਜਾਂਦਾ। ਸੋ ਇਹ ਲੋਕ ਪੂਰੇ ਵਰਲਡ ਦੀ ਜਿੰਨੀ ਪਾਪੂਲੇਸ਼ਨ ਆ ਉਹਦੇ ਵਿੱਚ ਸਿਰਫ 4% ਲੋਕ ਹੀ ਐਸੇ ਨੇ ਜਿਹੜੇ ਕਾਮਯਾਬ ਹੋ ਚੁੱਕੇ ਨੇ। ਤੇ ਬਾਕੀ ਜਿਹੜੇ 96% ਲੋਕ ਨੇ, 96% ਲੋਕ ਨੇ ਉਹ ਨਾਕਾਮਯਾਬ ਲੋਕਾਂ ਦੀ ਕੈਟਾਗਰੀ ਵਿੱਚ ਆਉਂਦੇ ਨੇ। ਹੁਣ ਆਪਾਂ ਗੱਲ ਕਰਾਂਗੇ ਕਿ ਨਾਕਾਮਯਾਬ ਲੋਕ ਕੀ ਕਰਦੇ ਪਏ ਆ। ਨਾਕਾਮਯਾਬ ਲੋਕ ਜਿਹੜੇ ਨੇ ਉਹ ਆਪਣੀ ਜ਼ਿੰਦਗੀ ਦੇ ਵਿੱਚ ਮਜਬੂਰੀ 'ਚ ਆ ਕੇ ਕੋਈ ਇਹੋ ਜਿਹਾ ਕੰਮ ਕਰਦੇ ਪਏ ਨੇ ਜੋ ਨਾ ਤਾਂ ਉਹਨਾਂ ਨੂੰ ਬਹੁਤ ਜ਼ਿਆਦਾ ਸਮਾਂ ਦੇ ਰਿਹਾ ਤੇ ਨਾ ਹੀ ਉਹਨਾਂ ਨੂੰ ਬਹੁਤ ਜ਼ਿਆਦਾ ਪੈਸਾ ਦੇ ਰਿਹਾ। ਸੋ ਇਹਨਾਂ ਦਾ ਪੈਸਾ ਸਮੇਂ ਨੂੰ ਖਾ ਰਿਹਾ ਤੇ ਸਮਾਂ ਜਿਹੜਾ ਹੈ ਉਹ ਪੈਸੇ ਨੂੰ ਖਾਈ ਜਾ ਰਿਹਾ। ਹੁਣ ਇਹ ਜੋ 4% ਤੇ 96% ਦੇ ਵਿੱਚ ਜਿਹੜਾ ਇੰਨਾ ਵੱਡਾ ਅੰਤਰ ਆ, ਇਹਦੇ ਪਿੱਛੇ ਕੋਈ ਨਾ ਕੋਈ ਕਾਰਨ ਹੋਣਾ ਚਾਹੀਦਾ। ਸੋ ਬੜਾ ਹੀ ਸਿੰਪਲ ਜਿਹਾ ਕਾਰਨ ਹੈ ਜੀ। ਉਹ ਕਾਰਨ ਕੀ ਆ ਕਿ 4% ਲੋਕ ਆਪਣੀ ਜ਼ਿੰਦਗੀ ਦੇ ਵਿੱਚ ਕੁਝ ਵੱਖਰਾ ਕੰਮ ਕਰਦੇ ਆ ਜਿਹੜਾ 96% ਲੋਕਾਂ ਦੇ ਕੋਲੋਂ ਨਹੀਂ ਹੁੰਦਾ। 4% ਲੋਕ ਆਪਣੀ ਜ਼ਿੰਦਗੀ 'ਚ ਆਪਣਾ ਖੁਦ ਦਾ ਕੋਈ ਪਲੇਟਫਾਰਮ ਬਣਾ ਕੇ ਉਸ 'ਤੇ ਨੈਟਵਰਕ ਖੜਾ ਕਰਦੇ ਆ, ਔਰ ਬਾਕੀ ਦੇ ਬਚੇ ਹੋਏ 96% ਲੋਕ ਜਿਹੜੇ ਆ ਉਹਨਾਂ ਦੇ ਉਸ ਨੈਟਵਰਕ ਦਾ ਹਿੱਸਾ ਬਣਦੇ ਨੇ। ਹੁਣ ਆਪਾਂ ਗੱਲ ਕਰਾਂਗੇ ਕਿ ਦੁਨੀਆ ਦੇ ਵਿੱਚ ਕਿਹੜੇ ਕਿਹੜੇ ਉਹ 4% ਲੋਕ ਨੇ ਜੋ ਆਪਣੀ ਜ਼ਿੰਦਗੀ ਦੇ ਵਿੱਚ ਫਾਈਨੈਂਸ਼ੀਅਲ ਸਿਕਿਉਰ ਹੋ ਚੁੱਕੇ ਨੇ। ਜਿੱਦਾਂ ਸਕਰੀਨ ਤੇ ਤੁਸੀਂ ਇੱਕ ਨਾਮ ਦੇਖ ਰਹੇ ਹੋ, ਟਾਟਾ। ਸੋ ਦੋਸਤੋ, ਤੁਸੀਂ ਜਾਣਦੇ ਹੋ ਕਿ ਟਾਟਾ ਦੇ ਕੋਲ ਉਹਦੇ ਇੰਪਲੋਇਜ਼ ਦਾ ਬਹੁਤ ਵੱਡਾ ਨੈਟਵਰਕ ਉਹਨਾਂ ਦੀਆਂ ਫੈਕਟਰੀਆਂ ਦੇ ਵਿੱਚ ਕੰਮ ਕਰਦਾ। ਸੋ ਲੋਕਾਂ ਦੀ ਵਰਕਿੰਗ ਪਾਵਰ ਤੋਂ ਟਾਟਾ ਦਾ ਪ੍ਰੋਡਕਟ ਜਿਹੜਾ ਮਾਰਕੀਟ 'ਚ ਵਿਕਦਾ ਤੇ ਟਾਟਾ ਦੇ ਕੋਲ ਬਹੁਤ ਸਾਰਾ ਪੈਸਾ ਆ ਰਿਹਾ। ਸੋ ਟਾਟਾ ਦਾ ਓਨਰ, ਟਾਟਾ ਦੇ ਮਾਲਿਕ ਜਿਹੜੇ ਨੇ ਉਹ ਆਪਣੀ ਜ਼ਿੰਦਗੀ ਦੇ ਵਿੱਚ ਫਾਈਨੈਂਸ਼ੀਅਲ ਸਿਕਿਉਰ ਹੋ ਚੁੱਕੇ ਨੇ। ਸੋ ਇਸੇ ਤਰੀਕੇ ਦੇ ਨਾਲ ਅਗਲੀ ਉਦਾਹਰਨ ਹੈ ਮੈਕਡੀ। ਮੈਕਡੋਨਾਲਡ ਦੇ ਕੋਲ ਪੂਰੇ ਵਰਲਡ ਦੇ ਵਿੱਚ ਰੈਸਟੋਰੈਂਟ ਦੀ ਚੇਨ ਆ ਜਿੱਥੇ ਬਹੁਤ ਸਾਰੇ ਲੋਕ ਆਪਣਾ ਡੇਲੀ ਖਾਂਦੇ ਪੀਂਦੇ ਆ, ਔਰ ਮੈਕਡੋਨਾਲਡ ਇਸ ਰੈਸਟੋਰੈਂਟ ਚੇਨ ਤੋਂ ਰਾਇਲਟੀ ਦੇ ਨਾਮ ਤੇ ਪੈਸਾ ਕਮਾਉਂਦਾ। ਸੋ ਅਗਲੀ ਉਦਾਹਰਨ ਆ ਐਮਾਜ਼ੋਨ ਦੇ ਕੋਲ ਉਹਦੇ ਕਸਟਮਰਸ ਦਾ, ਉਹਦੇ ਆਨਲਾਈਨ ਯੂਜ਼ਰਸ ਦਾ ਨੈਟਵਰਕ ਆ। ਲੋਕ ਆਪਣੀ ਸ਼ਾਪਿੰਗ ਕਰਦੇ ਆ ਔਰ ਐਮਾਜ਼ੋਨ ਉਹਨਾਂ ਤੋਂ ਟ੍ਰਾਂਜੈਕਸ਼ਨ ਦੇ ਨਾਮ ਤੇ ਪੈਸਾ ਕਮਾਉਂਦੀ ਆ। ਸੋ ਅਗਲੀ ਉਦਾਹਰਨ ਫੇਸਬੁੱਕ ਐਂਡ ਗੂਗਲ। ਇਹ ਦੋ ਪਲੇਟਫਾਰਮ ਇਹੋ ਜਿਹੇ ਆ ਜਿੱਥੇ ਹਰ ਇੱਕ ਪਰਸਨ ਆਪਣੇ ਸੋਸ਼ਲ ਅਕਾਊਂਟ ਬਣਾ ਕੇ ਐਕਟੀਵਿਟੀ ਕਰਦਾ ਆ, ਔਰ ਫੇਸਬੁੱਕ ਐਂਡ ਗੂਗਲ ਦੋਵੇਂ ਐਡਵਰਟੀਜ਼ਮੈਂਟ ਤੋਂ ਪੈਸਾ ਕਮਾਉਂਦੇ ਆ ਔਰ ਬਰਾਊਜ਼ਿੰਗ ਤੋਂ ਪੈਸਾ ਕਮਾਉਂਦੇ ਆ। ਸੋ ਇਹਨਾਂ ਦੇ ਮੁਕਾਬਲੇ ਦੇ ਲੋਕ ਅਗਰ ਤੁਸੀਂ ਦੇਖੋਗੇ ਪੂਰੀ ਦੁਨੀਆ ਦੇ ਵਿੱਚ ਝਾਤੀ ਮਾਰੋ, ਇਹਨਾਂ ਦੇ ਮੁਕਾਬਲੇ ਦੇ ਲੋਕ ਜੋ ਫਾਈਨੈਂਸ਼ੀਅਲ ਸਿਕਿਉਰ ਹੋ ਚੁੱਕੇ ਨੇ ਬਹੁਤ ਹੀ ਘੱਟ ਨੇ। ਸਿਰਫ 4% ਲੋਕ ਹੀ ਨੇ ਜੋ ਆਪਣੀ ਜ਼ਿੰਦਗੀ ਦੇ ਵਿੱਚ ਕਾਮਯਾਬ ਹੋ ਚੁੱਕੇ ਨੇ। ਬਾਕੀ ਸਾਰੇ ਲੋਕਾਂ ਦੀ ਪੈਸੇ ਨੂੰ ਲੈ ਕੇ ਕਿਤੇ ਨਾ ਕਿਤੇ ਦੌੜ ਲੱਗੀ ਹੋਈ ਹੈ। ਸੋ ਦੋਸਤੋ, ਅੱਜ ਅਸੀਂ ਤੁਹਾਡੇ ਸਾਹਮਣੇ ਇੱਕ ਮੌਕਾ ਪੇਸ਼ ਕਰ ਰਹੇ ਹਾਂ ਜਿੱਥੇ ਤੁਸੀਂ ਆਪਣਾ ਖੁਦ ਦਾ ਨੈਟਵਰਕ ਬਣਾ ਕੇ 4% ਲੋਕਾਂ ਦੀ ਕੈਟਾਗਰੀ ਦੇ ਵਿੱਚ ਸ਼ਾਮਿਲ ਹੋ ਸਕਦੇ ਹੋ। ਇੰਨਾ ਪੈਸਾ ਤੁਹਾਨੂੰ ਆ ਸਕਦਾ, ਔਰ ਤੁਸੀਂ ਜਾਣ ਕੇ ਹੈਰਾਨ ਹੋਵੋਗੇ ਕਿ ਇਹ ਕੰਮ ਸਿਰਫ ਤੁਸੀਂ ਕੁਝ ਲੋਕਾਂ ਦੀ ਮਦਦ ਕਰਕੇ ਕਰ ਸਕਦੇ ਹੋ। ਕੁਝ ਲੋਕਾਂ ਦੀ ਮਦਦ ਕਰਕੇ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਫਾਈਨੈਂਸ਼ੀਅਲ ਸਿਕਿਉਰਿਟੀ ਲੈ ਸਕਦੇ ਹੋ। 4% ਲੋਕਾਂ ਸ਼ਾਮਿਲ ਹੋ ਸਕਦੇ ਹੋ, ਔਰ ਉਸ ਖੂਬਸੂਰਤ ਬਿਹਤਰੀਨ ਪਲੇਟਫਾਰਮ ਦਾ ਨਾਮ ਹੈ P2P ਕਮਿਊਨਿਟੀ। ਸੋ ਦੋਸਤੋ, P2P ਕਮਿਊਨਿਟੀ ਜੋ ਹੈ, ਇਹਦੇ ਬਾਰੇ ਵਿੱਚ ਕੁਝ ਬੇਸਿਕ ਗੱਲਾਂ ਆਪਾਂ ਜਾਣਦੇ ਹਾਂ। P2P ਕਮਿਊਨਿਟੀ ਇੱਕ ਸਮਾਜਿਕ ਸਮੂਹ ਹੈ ਜਿੱਥੇ ਲੋਕ ਇੱਕ ਦੂਜੇ ਨੂੰ ਆਨਲਾਈਨ ਮਿਲਦੇ ਨੇ ਤੇ ਇੱਕ ਦੂਸਰੇ ਦੀ ਮਦਦ ਕਰਦੇ ਨੇ। ਇਸ ਕਮਿਊਨਿਟੀ ਬੇਸਡ ਨੈਟਵਰਕਿੰਗ ਪਲੇਟਫਾਰਮ ਦੀ ਸ਼ੁਰੂਆਤ 28 ਅਗਸਤ 2019 ਨੂੰ ਹੋਈ, ਕਰੀਬਨ ਅੱਜ ਤੋਂ 3.5 ਸਾਲ ਪਹਿਲਾਂ। ਇਹ ਮਾਰਕੀਟ ਵਿੱਚ ਚੱਲਣ ਵਾਲੇ ਹੋਰ ਜਿੰਨੇ ਵੀ ਨੈਟਵਰਕਿੰਗ ਪਲੇਟਫਾਰਮਸ ਨੇ ਉਹਨਾਂ ਨਾਲੋਂ ਬਹੁਤ ਹੀ ਵੱਖਰਾ, ਬਹੁਤ ਜ਼ਿਆਦਾ ਵਧੀਆ ਤੇ ਬਹੁਤ ਸਾਰੇ ਪੈਸੇ ਦੇਣ ਵਾਲਾ ਕੰਮ ਹੈ। ਬਹੁਤ ਵੱਡੀ ਮਾਤਰਾ ਦੇ ਵਿੱਚ ਇੱਥੋਂ ਤੁਸੀਂ ਪੈਸਾ ਕਮਾ ਸਕਦੇ ਹੋ, ਔਰ ਬੜੇ ਆਸਾਨ ਤਰੀਕੇ ਦੇ ਨਾਲ। ਆਓ ਜਾਣਦੇ ਹਾਂ ਕਿਵੇਂ। ਦੋਸਤੋ, ਮਾਰਕੀਟ ਦੇ ਵਿੱਚ ਚੱਲਣ ਵਾਲੇ ਦੋ ਤਰ੍ਹਾਂ ਦੇ MLM ਮਾਡਲਸ ਹੁੰਦੇ ਨੇ। ਮਲਟੀ ਲੈਵਲ ਮਾਰਕੀਟਿੰਗ ਦੇ ਵਿੱਚ ਦੋ ਤਰ੍ਹਾਂ ਦੇ ਮਾਡਲਸ ਕੰਮ ਕਰਦੇ ਨੇ, ਜਿਹਦੇ ਵਿੱਚ ਪਹਿਲੇ ਨੰਬਰ ਤੇ ਆਉਂਦੇ ਨੇ ਕਿਸੇ ਵਿਅਕਤੀ ਦੁਆਰਾ ਚਲਾਏ ਜਾਣ ਵਾਲੇ ਕੰਮ, ਤੇ ਦੂਸਰੇ ਨੰਬਰ ਤੇ ਆਉਂਦੇ ਨੇ ਆਪਣੇ ਆਪ ਚੱਲਣ ਵਾਲੇ ਕੰਮ। ਤਾਂ ਆਓ ਪਹਿਲਾਂ ਆਪਾਂ ਦੇਖਾਂਗੇ ਕਿ ਕਿਸੇ ਵਿਅਕਤੀ ਦੁਆਰਾ ਚਲਾਏ ਜਾਣ ਵਾਲੇ ਕੰਮ ਜਿਹੜੇ ਨੇ ਉਹ ਕੀ ਹੁੰਦੇ ਨੇ ਤੇ ਕਿਸ ਤਰ੍ਹਾਂ ਵਰਕ ਕਰਦੇ ਨੇ। ਦੋਸਤੋ, ਅੱਜ ਤੱਕ MLM ਇੰਡਸਟਰੀ ਦੇ ਵਿੱਚ ਜਦੋਂ ਵੀ ਤੁਸੀਂ ਕੰਮ ਕੀਤਾ ਹੋਵੇਗਾ ਤਾਂ ਤੁਹਾਡਾ ਸਾਹਮਣਾ ਸਭ ਤੋਂ ਪਹਿਲਾਂ ਕਿਸੇ ਨਾ ਕਿਸੇ ਕੰਪਨੀ ਦੇ ਨਾਲ ਜ਼ਰੂਰ ਹੋਇਆ ਹੋਵੇਗਾ, ਔਰ ਇਸ ਕੰਪਨੀ ਨੇ ਆਪਣੇ ਨਾਲ ਕੁਝ ਨੈਟਵਰਕਰਸ ਲੋਕਾਂ ਨੂੰ ਜੋੜਿਆ ਹੁੰਦਾ ਹੈ, ਔਰ ਇਹ ਨੈਟਵਰਕਰਸ ਉਸ ਕੰਪਨੀ ਦਾ ਪ੍ਰਚਾਰ ਕਰਨ ਲਈ ਅੱਗੇ
ਅੱਗੇ ਰਿਲੇਸ਼ਨ ਦੇ ਵਿੱਚ ਆਪਣੀ ਜਾਣਕਾਰੀ ਦੇ ਲੋਕਾਂ ਦੇ ਕੋਲ ਜਾਂਦੇ ਨੇ ਔਰ ਮੰਨ ਲਓ ਕਿ ਉਸ ਕੰਪਨੀ ਦੀ ਜੁਆਇਨਿੰਗ ਫੀਸ ਜੋ ਹੈ, ਜੋ ਪੈਸਾ ਲੱਗਣਾ ਹੈ, ਉਹ ਕੋਈ ਕਰੀਬਨ 10,000 ਰੁਪਏ ਦੇ ਲਾਗੇ ਛਾਗੇ ਅਮਾਊਂਟ ਲੱਗਣਾ। ਸੋ ਅੱਜ ਤੱਕ ਜਿੰਨੀ ਵਾਰ ਵੀ ਅਸੀਂ ਸਭ ਲੋਕ ਇਹਨਾਂ ਕੰਪਨੀਆਂ ਦਾ ਹਿੱਸਾ ਬਣੇ ਹਾਂ ਤੇ ਅਸੀਂ ਜੁੜਨ ਤੋਂ ਪਹਿਲਾਂ ਜੁੜਨ ਲੱਗਿਆਂ ਜਿਹੜਾ ਪੈਸਾ ਪਾਇਆ ਉਹ ਆਪਾਂ ਸਿੱਧਾ ਡਿਪੋਜ਼ਿਟ ਕੀਤਾ ਕਿਸੇ ਕੰਪਨੀ ਦੇ ਬੈਂਕ ਅਕਾਊਂਟ ਦੇ ਵਿੱਚ ਔਰ ਇਸ ਬੈਂਕ ਖਾਤੇ ਦੇ ਉੱਤੇ ਅਧਿਕਾਰ ਹੁੰਦਾ ਹੈ ਉਸ ਕੰਪਨੀ ਨੂੰ ਚਲਾਉਣ ਵਾਲੇ ਉਹਦੇ ਮਾਲਿਕ ਦਾ, ਕਿਉਂਕਿ ਉਸ ਮਾਲਿਕ ਦਾ ਹੀ ਖਾਤਾ ਕੰਪਨੀ ਦਾ ਖਾਤਾ ਕਹਿ ਕੇ ਪ੍ਰਮੋਟ ਕੀਤਾ ਜਾਂਦਾ। ਹੁਣ ਇਹ ਇੱਕ ਰਿਸਕੀ ਫੈਕਟਰ ਆ, ਜਦੋਂ ਬਹੁਤ ਸਾਰੇ ਲੋਕ ਕਿਸੇ ਇੱਕੋ ਵਿਅਕਤੀ ਦੇ ਖਾਤੇ ਦੇ ਵਿੱਚ ਪੈਸੇ ਪਾਉਣਗੇ ਤੇ ਕਿਤੇ ਨਾ ਕਿਤੇ ਉਸ ਪੈਸੇ ਦੀ ਕਮਾਂਡ ਉਸ ਵਿਅਕਤੀ ਦੇ ਹੱਥ ਵਿੱਚ ਚਲੀ ਜਾਵੇਗੀ ਔਰ ਜੋ ਪੈਸਾ ਅਸੀਂ ਦਿੱਤਾ ਉਸ ਪੈਸੇ ਦੇ ਬਦਲੇ ਦੇ ਵਿੱਚ ਸਾਨੂੰ ਨਾਮ ਦੇ ਲਈ ਸਿਰਫ ਇੱਕ ਪ੍ਰੋਡਕਟ ਇਸ਼ੂ ਕਰ ਦਿੱਤਾ ਜਾਂਦਾ ਜੋ ਸਾਨੂੰ ਉਸ ਕੰਪਨੀ ਵੱਲੋਂ ਪ੍ਰੋਵਾਈਡ ਕਰਵਾਇਆ ਜਾਂਦਾ ਹੈ। ਹੁਣ ਇੱਥੇ ਇੱਕ ਬਹੁਤ ਵੱਡਾ ਸਵਾਲ ਹੈ ਕਿ ਕੀ ਤੁਸੀਂ ਸਭ ਲੋਕ ਇਸ ਕੰਪਨੀ ਦਾ ਜਾਂ ਕਿਸੇ ਵੀ ਕੰਪਨੀ ਦਾ ਜਦੋਂ ਵੀ ਹਿੱਸਾ ਬਣੇ ਆ ਕੀ ਪ੍ਰੋਡਕਟ ਵੇਚਣ ਲਈ, ਪ੍ਰੋਡਕਟ ਵਾਸਤੇ ਜੁੜੇ ਆ? ਸੋ ਮੇਰਾ ਕਹਿਣਾ ਕਿ ਨਹੀਂ, ਤੇ ਜ਼ਿਆਦਾਤਰ ਲੋਕ ਵੀ ਇਹੀ ਕਹਿਣਗੇ ਕਿ ਅਸੀਂ ਪ੍ਰੋਡਕਟ ਵਾਸਤੇ ਕਦੇ ਕਿਸੇ ਕੰਪਨੀ ਨੂੰ ਜੁਆਇਨ ਨਹੀਂ ਕੀਤਾ। ਤੇ ਕੀ ਕਾਰਨ ਹੈ ਜੀ? ਕਾਰਨ ਹੈ ਕਿ ਆਪਾਂ ਜੁੜਦੇ ਹਾਂ ਪੈਸੇ ਕਮਾਉਣ ਲਈ, ਪਰ ਇਹ ਕੰਪਨੀਆਂ ਸਾਨੂੰ ਮਜਬੂਰ ਕਰਦੀਆਂ ਨੇ ਪਹਿਲਾਂ ਖਰੀਦੋ, ਵੇਚੋ ਤੇ ਫਿਰ ਪੈਸਾ ਕਮਾਓ। ਸੋ ਆਪਾਂ ਖਰੀਦਣ ਵੇਚਣ ਦੀ ਹੋੜ ਦੇ ਵਿੱਚ ਲੱਗ ਜਾਂਦੇ ਹਾਂ। ਆਓ ਜਾਣਦੇ ਹਾਂ ਜੋ ਪ੍ਰੋਡਕਟ ਸਾਨੂੰ ਕੰਪਨੀ ਦੁਆਰਾ ਮਿਲਿਆ ਉਹਦੀ ਅਸਲ ਕਹਾਣੀ ਕੀ ਆ। ਪ੍ਰੋਡਕਟ ਦੀ ਕੀਮਤ ਸਾਨੂੰ ਕੰਪਨੀ ਦੁਆਰਾ ਪ੍ਰੋਵਾਈਡ ਕਰਵਾਏ ਗਏ ਪ੍ਰੋਡਕਟ ਦੀ ਕੀਮਤ ਟੋਟਲ ਲਗਭਗ ਸਾਡੇ ਲਗਾਏ ਹੋਏ ਪੈਸੇ ਦਾ 20% ਹਿੱਸਾ ਹੀ ਹੁੰਦਾ ਹੈ ਔਰ ਉਸ ਕੰਪਨੀ ਦੇ ਆਪਣੇ ਖੁਦ ਦੇ ਆਫਿਸ ਕਰਮਚਾਰੀਆਂ ਦੀ ਸੈਲਰੀ, ਕੰਪਨੀ ਦੇ ਪ੍ਰੋਫਿਟ, ਸਾਰਾ ਕੁਝ ਮਿਲਾ ਕੇ 30% ਰੁਪਈਆ ਸਾਡੇ ਦੁਆਰਾ ਲਾਏ ਹੋਏ ਪੈਸੇ ਦੇ ਵਿੱਚੋਂ ਉੱਥੇ ਚਲਾ ਜਾਂਦਾ। ਸੋ ਖਰਾਬ ਹੋਣ ਵਾਲਾ ਪੈਸਾ ਕਿੰਨਾ ਹੋ ਗਿਆ? 50% ਪੈਸਾ ਜੋ ਹੈ ਟੋਟਲੀ ਵੇਸਟ ਹੋ ਗਿਆ, ਕਿਉਂਕਿ ਆਪਾਂ ਜੁੜੇ ਸੀ ਪੈਸਾ ਕਮਾਉਣ ਲਈ ਔਰ ਸਾਡੇ ਦੁਆਰਾ ਲਾਇਆ ਹੋਇਆ 50% ਰੁਪਈਆ ਜਿਹੜਾ ਹੈ ਉਹ ਕਿਸੇ ਦੇ ਕੰਮ ਨਹੀਂ ਆਇਆ ਔਰ ਬਚਿਆ ਹੋਇਆ 50% ਰੁਪਈਆ ਹੀ ਇਹ ਕੰਪਨੀਆਂ ਚਲਾਉਣ ਵਾਲੇ ਲੋਕ ਥੱਲੇ ਨੈਟਵਰਕ ਵਿੱਚ ਕੰਮ ਕਰਨ ਵਾਲੇ ਐਸੋਸੀਏਟਸ ਜਾਂ ਨੈਟਵਰਕਰਸ ਜਾਂ ਲੀਡਰਸ ਜੋ ਵੀ ਕਹਿ ਲਓ ਤੁਸੀਂ, ਉਸ ਕੰਪਨੀ ਦੇ ਮੈਂਬਰਾਂ ਨੂੰ ਡਿਸਟਰੀਬਿਊਟ ਕਰਦੇ ਨੇ। ਇਹ ਹੈ ਦੋਸਤੋ ਕਿਸੇ ਵਿਅਕਤੀ ਦੁਆਰਾ ਚਲਾਇਆ ਜਾਣ ਵਾਲਾ ਕੰਮ, ਜਿਹਨੂੰ ਮੈਨੂਅਲ ਆਪਰੇਸ਼ਨ ਮਾਡਲ ਕਹਿ ਸਕਦੇ ਹਾਂ ਆਪਾਂ। ਹੁਣ ਆਪਾਂ ਗੱਲ ਕਰਾਂਗੇ ਕਿ ਆਪਣੇ ਆਪ ਚੱਲਣ ਵਾਲਾ ਕੰਮ, ਆਟੋ ਆਪਰੇਸ਼ਨ ਕੀ ਹੁੰਦਾ ਆ। ਇੱਥੇ ਸਾਡੇ ਕੋਲ ਇੱਕ ਫਰੈਸ਼ ਮਾਡਲ ਆ ਜਿਹਦਾ ਨਾਮ ਹੈ P2P ਮਾਡਲ। P2P ਮਾਡਲ ਕੋਈ ਕੰਪਨੀ ਨਹੀਂ, ਇਹ ਇੱਕ ਸਿਸਟਮ ਆ ਜੋ ਆਟੋਮੇਸ਼ਨ ਮੋਡ ਦੇ ਵਿੱਚ ਚੱਲਦਾ ਆ ਔਰ ਇਹ ਸਿਸਟਮ ਦੇ ਨਾਲ ਜੁੜਨ ਵਾਲੇ ਲੋਕ ਇਸ ਦੇ ਕਮਿਊਨਿਟੀ ਮੈਂਬਰਸ ਬਣਦੇ ਨੇ। ਕਮਿਊਨਿਟੀ ਮੈਂਬਰਸ ਜਦੋਂ ਰਿਲੇਸ਼ਨ 'ਚ ਜਾ ਕੇ ਲੋਕਾਂ ਨਾਲ ਇਸ ਦੇ ਬਾਰੇ ਵਿੱਚ ਗੱਲਬਾਤ ਕਰਦੇ ਨੇ ਤੇ ਲੋਕਾਂ ਦੁਆਰਾ ਲਗਾਇਆ ਹੋਇਆ ਪੈਸਾ, ਜਿੱਦਾਂ ਪਹਿਲਾਂ ਤੁਸੀਂ ਦੇਖਿਆ ਕੰਪਨੀ ਦੇ ਖਾਤੇ ਵਿੱਚ ਜਾਂਦਾ ਹੈ, ਇੱਥੇ ਇਹ ਪੈਸਾ ਕਮਿਊਨਿਟੀ ਮੈਂਬਰਾਂ ਦੇ ਕੋਲ ਜਾਂਦਾ ਹੈ ਔਰ ਇਹ ਸਾਰੇ ਦੇ ਸਾਰੇ ਪੈਸੇ ਦੇ ਉੱਤੇ ਅਧਿਕਾਰ ਕਮਿਊਨਿਟੀ ਮੈਂਬਰਸ ਦਾ ਹੁੰਦਾ ਆ ਔਰ ਉਹਦਾ ਸਿੰਪਲ ਜਿਹਾ ਕਾਰਨ ਇਹ ਆ ਕਿ P2P ਦਾ ਆਪਣਾ ਖੁਦ ਦਾ ਕੋਈ ਵੀ ਬੈਂਕ ਅਕਾਊਂਟ ਨਹੀਂ ਹੈਗਾ। ਸੋ ਆਪਾਂ ਗੱਲ ਕਰਦੇ ਹਾਂ ਕਿ ਇਹ ਪੈਸਾ ਖੁਦ ਆਪਸ ਵਿੱਚ ਅਸੀਂ ਸਭ ਲੋਕ ਇੱਕ ਦੂਸਰੇ ਨੂੰ ਡਿਸਟਰੀਬਿਊਟ ਕਰਦੇ ਹਾਂ, ਇੱਕ ਦੂਜੇ ਦੇ ਖਾਤੇ ਦੇ ਵਿੱਚ ਪਾਉਂਦੇ ਹਾਂ ਔਰ ਸਾਰੇ ਦੇ ਸਾਰੇ ਪੈਸੇ ਦੀ ਵੰਡ ਇੱਥੇ ਹੁੰਦੀ ਆ 100%, 100% ਰੁਪਈਆ ਜਿਹੜਾ ਆ ਤੁਸੀਂ ਇੱਥੇ ਵੰਡ ਦੇਣਾ ਆ ਲੋਕਾਂ ਦੇ ਵਿੱਚ। ਸੋ ਦੋਸਤੋ ਕੁਝ ਹੋਰ ਗੱਲਾਂ ਨੇ P2P ਕਮਿਊਨਿਟੀ ਸਭ ਤੋਂ ਵਧੀਆ ਕਿਉਂ ਆ ਉਹਦੇ ਉੱਤੇ ਝਾਤੀ ਮਾਰਾਂਗੇ ਆਪਾਂ। ਆਪਣੇ ਆਪ ਚੱਲਣ ਵਾਲਾ ਕੰਮ ਆ, ਇਹ ਸਿਸਟਮ ਆਟੋਮੇਸ਼ਨ ਮੋਡ ਦੇ ਵਿੱਚ ਚੱਲਦਾ ਆ ਔਰ ਜ਼ਿੰਮੇਵਾਰੀ ਮੁਕਤ ਆ, ਕਿਉਂਕਿ ਜਦੋਂ ਕਿਸੇ ਦੇ ਕੋਲੋਂ ਪੈਸਾ ਲਿਆ ਨਹੀਂ ਤੇ ਫਿਰ ਉੱਥੇ ਦੇਣ ਦੀ ਜਵਾਬਦਾਰੀ ਵੀ ਕੋਈ ਨਹੀਂ ਆਉਂਦੀ। ਸੋ ਸਿਸਟਮ ਦੇ ਉੱਤੇ ਕਦੇ ਕਿਸੇ ਪ੍ਰਕਾਰ ਦੀ ਲਾਇਬਿਲਿਟੀ ਕਦੇ ਨਹੀਂ ਆ ਸਕਦੀ। ਬਹੁਤ ਹੀ ਜ਼ਿਆਦਾ ਭਰੋਸੇਯੋਗ ਤੇ ਪਾਰਦਰਸ਼ੀ ਕੰਮ ਆ। ਹਰ ਇੱਕ ਚੀਜ਼ ਦੀ ਡਿਟੇਲ ਬਿਲਕੁਲ ਟਰਾਂਸਪੇਰੈਂਟ ਵੇ ਦੇ ਨਾਲ ਤੁਹਾਡੇ ਸਾਹਮਣੇ ਹੁੰਦੀ ਆ, ਤੁਸੀਂ ਆਪਣੀ ਆਈਡੀ ਤੇ ਚੈੱਕ ਕਰ ਸਕਦੇ ਹੋ ਔਰ 100% ਰਿਸਕ ਫਰੀ ਆ, ਕਿਉਂਕਿ ਇੱਥੇ ਜੋ ਪੈਸਾ ਆਉਂਦਾ ਹੈ ਸਾਨੂੰ ਸਿੱਧਾ ਸਾਡੇ ਬੈਂਕ ਅਕਾਊਂਟ ਦੇ ਵਿੱਚ ਆਉਂਦਾ ਹੈ ਔਰ ਅਸੀਂ ਵੀ ਕਿਸੇ ਪਰਸਨ ਦੇ ਬੈਂਕ ਖਾਤੇ ਦੇ ਵਿੱਚ ਹੀ ਪੈਸਾ ਡਿਪੋਜ਼ਿਟ ਕਰਦੇ ਹਾਂ। ਕੋਈ ਵੀ ਪ੍ਰੋਡਕਟ ਵਗੈਰਾ ਵੇਚਣ ਵਾਲਾ ਕੰਮ ਇਹ ਨਹੀਂ ਆ ਔਰ ਨਾ ਹੀ ਇੱਥੇ ਕੋਈ ਚਿਟ ਫੰਡ ਕੰਪਨੀ ਜਾਂ ਸਕੀਮ ਆ ਜਿੱਥੇ ਤੁਸੀਂ ਕਿਸੇ ਨੂੰ ਝੂਠ ਬੋਲ ਕੇ ਕਿਸੇ ਨੂੰ ਕਹੋਗੇ ਕਿ ਤੁਹਾਡੇ ਲਾਏ ਹੋਏ ਪੈਸੇ ਇੰਨੇ ਟਾਈਮ ਬਾਅਦ ਡਬਲ ਹੋ ਜਾਣਗੇ, ਟ੍ਰਿਪਲ ਹੋ ਜਾਣਗੇ। ਸੋ ਇਸ ਤਰੀਕੇ ਦਾ ਕੰਮ ਵੀ ਨਹੀਂ ਹੈ ਜੀ ਇਹ। ਔਰ ਜੋ ਵੀ ਤੁਹਾਡਾ ਅਮਾਊਂਟ ਬਣੇਗਾ, ਜੋ ਵੀ ਤੁਹਾਡਾ ਪ੍ਰੋਫਿਟ ਬਣੇਗਾ ਉਹ ਸਿੱਧਾ ਆਟੋ ਵਿਡਰੋਲ ਦੇ ਰੂਪ ਵਿੱਚ ਤੁਹਾਡੇ ਖਾਤੇ ਦੇ ਵਿੱਚ ਆਪਣੇ ਆਪ ਕਿਸੇ ਵਿਅਕਤੀ ਦੁਆਰਾ ਪਾ ਦਿੱਤਾ ਜਾਵੇਗਾ। ਸੋ ਆਓ ਜਾਣਦੇ ਹਾਂ ਇਸ ਸਿਸਟਮ ਦਾ ਹਿੱਸਾ ਬਣਨ ਲਈ ਸਾਨੂੰ ਕੀ ਕਰਨਾ ਪਵੇਗਾ। ਇਸ ਸਿਸਟਮ ਦਾ ਹਿੱਸਾ ਬਣਨ ਲਈ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਇੱਕ ਵਾਰ ਆਪਣੇ ਤੋਂ ਪਹਿਲਾਂ ਜੁੜੇ ਹੋਏ 5 ਕਮਿਊਨਿਟੀ ਮੈਂਬਰਾਂ ਦੀ 11,200 ਰੁਪਏ ਦੇ ਨਾਲ ਸਿੱਧੇ ਤੌਰ ਤੇ ਮਦਦ ਕਰਦੇ ਹਾਂ। ਸੋ ਦੋਸਤੋ 11,200 ਰੁਪਏ ਦੀ ਵੰਡ ਇਸ ਪ੍ਰਕਾਰ ਆ। ਆਪਾਂ ਨੂੰ ਜਦੋਂ ਪਹਿਲਾ ਅਕਾਊਂਟ ਓਪਨ ਹੋਣਾ ਸਿਸਟਮ ਦੁਆਰਾ ਦੱਸਿਆ ਜਾਣਾ, ਉਹਦੇ ਵਿੱਚ ਆਪਾਂ ਪਾਉਣੇ ਆ 4800 ਰੁਪਏ। ਇਹ ਪੈਸੇ ਪਾ ਕੇ ਉਸ ਟ੍ਰਾਂਜੈਕਸ਼ਨ ਦਾ ਸਕਰੀਨਸ਼ਾਟ ਆਪਾਂ ਉਸ ਪਰਸਨ ਨੂੰ ਪ੍ਰੋਵਾਈਡ ਕਰਾ ਕੇ ਔਰ ਕਾਲ ਕਰਕੇ ਉਹਦੇ ਕੋਲੋਂ ਇਸ ਪੈਸੇ ਦਾ ਅਪਰੂਵਲ ਲੈਣਾ। ਜਿੱਦਾਂ ਹੀ ਤੁਸੀਂ ਅਪਰੂਵਲ ਲੈਂਦੇ ਹੋ ਤੁਹਾਡੇ ਸਾਹਮਣੇ ਦੂਸਰਾ ਖਾਤਾ ਓਪਨ ਹੁੰਦਾ ਹੈ ਜਿਹਦੇ ਵਿੱਚ ਤੁਸੀਂ ਪਾਉਣੇ ਆ 3520 ਰੁਪਏ। ਤੀਸਰੇ, ਚੌਥੇ ਔਰ ਪੰਜਵੇਂ ਖਾਤੇ ਦੇ ਵਿੱਚ ਤੁਸੀਂ ਪਾਉਣੇ ਆ 960 960 960। ਸੋ ਇਸ ਤਰੀਕੇ ਨਾਲ 5 ਲੋਕਾਂ ਦੇ ਖਾਤੇ ਦੇ ਵਿੱਚ ਤੁਸੀਂ 11,200 ਰੁਪਇਆ ਟ੍ਰਾਂਸਫਰ ਕਰਕੇ ਇਹਨਾਂ ਦੇ ਕੋਲੋਂ ਇਸ ਪੈਸੇ ਦਾ ਅਪਰੂਵਲ ਲੈਣਾ ਔਰ ਤੁਸੀਂ ਬਣ ਜਾਂਦੇ ਹੋ ਇਸ ਕਮਿਊਨਿਟੀ ਦੇ ਰਿਸਪੈਕਟਡ ਮੈਂਬਰ। ਔਰ ਉਸ ਤੋਂ ਬਾਅਦ ਤੁਸੀਂ ਆਪਣੀ ਜਾਣਕਾਰੀ ਦੇ ਲੋਕਾਂ ਦੇ ਵਿੱਚ ਇਹ ਇਨਫੋਰਮੇਸ਼ਨ ਨੂੰ ਸਾਂਝਾ ਕਰਨਾ ਔਰ ਤੁਸੀਂ ਕਮਾ ਸਕਦੇ ਹੋ ਇੱਥੋਂ 3 ਤਰ੍ਹਾਂ ਦੀ ਬਿਹਤਰੀਨ ਕਮਾਈ। ਔਰ ਉਸ ਦਾ ਨਾਮ ਹੈ, ਪਹਿਲੇ ਨੰਬਰ ਤੇ ਆਉਣ ਵਾਲੀ ਕਮਾਈ ਹੈ ਇੰਸਟੈਂਟ ਹੈਲਪ, ਫਿਰ ਸਾਨੂੰ ਮੈਚਿੰਗ ਹੈਲਪ ਦਾ ਪੈਸਾ ਆਉਂਦਾ ਆ ਔਰ ਈਜ਼ੀ ਲੈਵਲ ਦਾ ਪੈਸਾ ਆਉਂਦਾ। ਇਹਨੂੰ ਆਪਾਂ ਵਾਰੀ-ਵਾਰੀ ਜਾਣਾਂਗੇ ਕਿਸ ਤਰ੍ਹਾਂ ਇਹ ਪੈਸਾ ਸਾਡੇ ਕੋਲ ਆ ਸਕਦਾ ਆ।
ਦੋਸਤੋ P2P ਤੋਂ ਆਉਣ ਵਾਲੀ ਪਹਿਲੀ ਕਮਾਈ ਆ ਇੰਸਟੈਂਟ ਹੈਲਪ ਦੇ ਵਿੱਚ ਤੁਸੀਂ ਜਦੋਂ ਆਪਣੀ ਆਈਡੀ ਲਗਾ ਕੇ ਆਪਣੀ ਜਾਣਕਾਰੀ ਦੇ ਲੋਕਾਂ ਦੇ ਨਾਲ ਇਹ ਚੀਜ਼ ਸਾਂਝੀ ਕਰਦੇ ਹੋ ਤੇ ਤੁਹਾਡੇ ਜਾਣਕਾਰੀ ਦੇ ਵਿੱਚੋਂ ਕੋਈ ਇਹ ਨਾਮ ਦਾ ਵਿਅਕਤੀ, ਮੰਨ ਲਓ ਇਹ ਨਾਮ ਦਾ ਵਿਅਕਤੀ ਤੁਹਾਡੇ ਨਾਲ ਜਦੋਂ ਜੁਆਇਨ ਕਰੇਗਾ, ਸੋ ਜਿਸ ਤਰ੍ਹਾਂ ਤੁਸੀਂ 5 ਲੋਕਾਂ ਨੂੰ ਮਦਦ ਕੀਤੀ, ਇਹ ਵੀ 5 ਲੋਕਾਂ ਨੂੰ ਮਦਦ ਕਰੇਗਾ। ਪਰ ਇਹਦੇ ਜੁਆਇਨਿੰਗ ਪ੍ਰੋਸੈਸ ਤੋਂ ਤੁਹਾਡੇ ਕੋਲ ਪਹੁੰਚਣਗੇ 3520 ਰੁਪਏ। ਤੁਹਾਡੇ 3520 ਤੁਹਾਡੇ ਸਪਾਂਸਰ ਕੋਲ ਗਏ ਸੀ ਔਰ ਤੁਸੀਂ ਇੱਕ ਬੰਦੇ ਨੂੰ ਸਪਾਂਸਰ ਕੀਤਾ, ਅੱਗੇ ਤੁਹਾਡੇ ਖਾਤੇ ਦੇ ਵਿੱਚ ਆਏ 3520। ਸੋ ਇਸ ਤਰੀਕੇ ਨਾਲ ਤੁਸੀਂ B ਨਾਮ ਦਾ ਵਿਅਕਤੀ ਸਪਾਂਸਰ ਕਰਦੇ ਹੋ ਤੇ B ਤੋਂ ਵੀ ਤੁਹਾਨੂੰ 3520 ਰੁਪਏ, C ਤੋਂ ਵੀ ਤੁਹਾਨੂੰ 3520 ਰੁਪਏ। ਜਿਸ ਤਰ੍ਹਾਂ ਹੀ ਤੁਸੀਂ ਆਪਣੀ ਆਈਡੀ ਤੋਂ ਕਿਸੇ ਵੀ ਪਰਸਨ ਨੂੰ ਸਪਾਂਸਰ ਕਰੀ ਜਾਓਗੇ, ਸੋ ਇਹ ਪੈਸਾ ਤੁਹਾਡੇ ਖਾਤੇ ਦੇ ਵਿੱਚ ਡਾਇਰੈਕਟ ਇਹ ਲੋਕ ਡਿਪੋਜ਼ਿਟ ਕਰਦੇ ਜਾਣਗੇ ਔਰ ਜਿੰਨੇ ਜ਼ਿਆਦਾ ਤੋਂ ਜ਼ਿਆਦਾ ਤੁਸੀਂ ਲੋਕ ਲਾ ਸਕਦੇ ਹੋ ਲਾਓ, ਕਿਉਂਕਿ ਇਸ ਉੱਤੇ ਕਿਸੇ ਪ੍ਰਕਾਰ ਦੀ ਕੋਈ ਲਿਮਿਟ ਨਹੀਂ ਹੈ। ਇਹ ਅਨਲਿਮਿਟਿਡ ਲੋਕਾਂ ਨੂੰ ਜੁਆਇਨ ਕਰਾ ਕੇ ਤੁਸੀਂ ਇਹ ਇਨਕਮ ਦਾ ਆਨੰਦ ਮਾਣ ਸਕਦੇ ਹੋ। ਹੁਣ ਆਪਾਂ ਇੰਸਟੈਂਟ ਹੈਲਪ ਨੂੰ ਥੋੜਾ ਹੋਰ ਬਰੀਫ ਦੇ ਵਿੱਚ ਸਮਝਣ ਦੀ ਕੋਸ਼ਿਸ਼ ਕਰਦੇ ਹਾਂ। ਇੰਸਟੈਂਟ ਹੈਲਪ ਦੇ ਵਿੱਚ ਮੰਨ ਲਓ ਕਿ ਤੁਹਾਡੇ ਨਾਲ 2 ਵਿਅਕਤੀ ਜੁੜਦੇ ਨੇ ਔਰ ਉਹਨਾਂ ਨੇ ਤੁਹਾਨੂੰ ਦਿੱਤੇ ਟੋਟਲ 7040 ਰੁਪਏ, 3520 2 ਵਾਰੀ। ਔਰ ਇਹ ਨਾਮ ਦੀ ਵਿਅਕਤੀ ਨੇ ਵੀ ਸੇਮ ਤੁਹਾਡੀ ਤਰ੍ਹਾਂ ਹੀ 2 ਲੋਕਾਂ ਨੂੰ ਜੁਆਇਨ ਕਰਵਾਇਆ ਤੇ ਇਹਨੂੰ ਵੀ ਤੁਹਾਡੀ ਤਰ੍ਹਾਂ ਮਿਲੇ 3520 ਔਰ ਸੇਮ ਵਰਕ B ਨੇ ਕੀਤਾ, B ਨੂੰ ਵੀ ਮਿਲੇ 3520। ਸੋ ਦੋਸਤੋ ਤੁਹਾਡੇ ਥੱਲੇ ਜੁਆਇਨ ਹੋਏ A ਔਰ B ਨਾਮ ਦੇ ਵਿਅਕਤੀ ਨੇ ਆਪਣਾ ਖੁਦ ਦਾ ਪੈਸਾ ਪੂਰਾ ਕਰਨ ਲਈ ਵਰਕ ਕੀਤਾ ਤੇ ਤੁਹਾਨੂੰ ਕੀ ਮਿਲਿਆ? ਜਦੋਂ ਤੁਹਾਡੀ ਟੀਮ ਵਰਕ ਕਰੇਗੀ ਤੁਹਾਨੂੰ ਮਿਲੇਗੀ ਮੈਚਿੰਗ ਹੈਲਪ ਤੇ ਈਜ਼ੀ ਲੈਵਲ ਹੈਲਪ। ਹੁਣ ਆਪਾਂ ਪਹਿਲਾਂ ਦੇਖਾਂਗੇ ਕਿ ਮੈਚਿੰਗ ਹੈਲਪ ਜਿਹੜੀ ਆ ਉਹ ਪੈਸਾ ਸਾਨੂੰ ਕਿਸ ਤਰ੍ਹਾਂ ਆ ਸਕਦਾ। ਆਪਾਂ ਜੁੜ ਕੇ ਜਦੋਂ ਸੱਜੇ ਤੇ ਖੱਬੇ ਆਪਣੇ ਨਾਲ 2 ਵਿਅਕਤੀਆਂ ਨੂੰ ਜੁਆਇਨ ਕਰਾਵਾਂਗੇ, ਸੋ 2 ਵਿਅਕਤੀਆਂ ਦੇ ਜੁੜਨ ਨਾਲ ਸਾਡਾ ਇੱਕ ਜੋੜਾ ਬਣ ਜਾਂਦਾ ਜਿਹਦੀ ਕੀਮਤ ਸਾਨੂੰ ਮਿਲਦੀ ਆ 1600 ਰੁਪਏ। ਹੁਣ ਉਹਨਾਂ ਦੋਵਾਂ ਵਿਅਕਤੀਆਂ ਨੇ ਵੀ ਅੱਗੇ ਆਪਣੇ ਨਾਲ 2 ਲੋਕਾਂ ਨੂੰ ਜੁਆਇਨ ਕਰਾਇਆ ਤੇ ਸਾਡੀ ਉੱਪਰ ਵਾਲੀ ਆਈਡੀ ਦੇ ਖੱਬੇ ਪਾਸੇ 3 ਬੰਦੇ ਤੇ ਸੱਜੇ ਪਾਸੇ 3 ਬੰਦੇ ਹੋਣ ਨਾਲ ਸਾਡੇ ਟੋਟਲ 3 ਜੋੜੇ ਬਣ ਜਾਂਦੇ ਆ ਜਿਹਦੀ ਕੀਮਤ ਹੈ 4800 ਰੁਪਇਆ। ਔਰ ਇਹ 4800 ਰੁਪਇਆ ਉਹ 4800 ਹੈ ਜੋ ਤੁਸੀਂ ਜੁੜਨ ਟਾਈਮ ਸਭ ਤੋਂ ਪਹਿਲੀ ਪੇਮੈਂਟ ਕੀਤੀ ਸੀ। ਸੋ ਇਸ ਤਰੀਕੇ ਨਾਲ ਜਦੋਂ ਇਹ 4800 ਰੁਪਇਆ ਤੁਹਾਡਾ ਤਿਆਰ ਹੋ ਜਾਂਦਾ, ਤੁਹਾਡੇ ਖਾਤੇ ਦੇ ਵਿੱਚ ਕਿਸੇ ਨਵੇਂ ਜੁੜਨ ਵਾਲੇ ਵਿਅਕਤੀ ਦੁਆਰਾ ਇਹ ਪੈਸਾ ਪਾ ਦਿੱਤਾ ਜਾਂਦਾ ਹੈ। ਹੁਣ ਆਪਾਂ ਗੱਲ ਕਰਦੇ ਹਾਂ ਕਿ ਜਿੰਨੀ ਵਾਰ ਵੀ ਤੁਸੀਂ ਇਹ 3 ਜੋੜੇ ਆਪਣੇ ਥੱਲੇ ਆਪਣੀ ਟੀਮ ਦੇ ਵਿੱਚ ਬਣਾਉਂਦੇ ਜਾਓਗੇ, ਤੁਹਾਡੀ ਟੀਮ ਵਰਕ ਕਰਦੀ ਆ ਤੇ ਹਰ ਵਾਰ 3 ਜੋੜੇ ਬਣਨ ਤੇ ਤੁਸੀਂ 4800 ਰੁਪਇਆ ਲੈ ਸਕਦੇ ਹੋ। ਅਸੀਮਤ ਜੋੜੇ ਬਣਾ ਕੇ ਤੁਸੀਂ ਜਿੰਨਾ ਚਾਹੋ ਪੈਸਾ ਇਸ ਇਨਕਮ ਤੋਂ ਕਮਾ ਸਕਦੇ ਹੋ, ਕਿਉਂਕਿ ਇਹ P2P ਦੇ ਵਿੱਚ ਆਉਣ ਵਾਲੀ ਸਭ ਤੋਂ ਵੱਡੀ ਇਨਕਮ ਹੈ। ਔਰ ਇਸ ਦਾ ਕਾਰਨ ਹੈ ਕਿ ਇਸ ਇਨਕਮ ਦੇ ਕਿਸੇ ਪ੍ਰਕਾਰ ਦੀ ਕੋਈ ਵੀ ਸੀਮਾ ਜਾਂ ਕਟੌਤੀ ਨਹੀਂ ਹੁੰਦੀ। ਸਿਸਟਮ ਦੇ ਵਿੱਚ ਜਦੋਂ ਤੁਹਾਡੇ 24 ਜੋੜੇ ਬਣ ਜਾਂਦੇ ਹਨ, 24 ਲੋਕ ਖੱਬੇ 24 ਲੋਕ ਸੱਜੇ ਆਉਂਦੇ ਹਨ ਤੇ ਤੁਹਾਨੂੰ ਫਿਰ ਇਹ ਜਿਹੜੀ ਇੱਕ ਜੋੜੇ ਦੀ ਕੀਮਤ 1600 ਰੁਪਇਆ ਮਿਲ ਰਹੀ ਸੀ ਉਹ 1200 ਰੁਪਇਆ ਮਿਲਣਾ ਸਟਾਰਟ ਹੋ ਜਾਂਦੀ ਹੈ। ਔਰ ਇਦਾਂ ਕਿਉਂ ਹੈ? ਇਹ ਸਿਸਟਮ ਦੇ ਵਿੱਚ ਵੇਰੀਏਸ਼ਨ ਇਸ ਕਰਕੇ ਰੱਖੀ ਹੈ ਕਿ ਲੋਕਾਂ ਨੂੰ ਟਾਈਮ ਟੂ ਟਾਈਮ ਪੈਸਾ ਮਿਲੇ ਤੇ ਅਨਲਿਮਿਟਿਡ ਡੈਪਥ ਤੱਕ ਪੈਸਾ ਮਿਲੇ। ਹੁਣ ਆਪਾਂ P2P ਦੀ ਇੱਕ ਪੋਟੈਂਸ਼ੀਅਲ ਨੂੰ ਚੈੱਕ ਕਰਾਂਗੇ। ਸੱਜੇ ਖੱਬੇ ਸਾਡੇ ਨਾਲ 3 ਵਿਅਕਤੀ ਲੱਗੇ ਤੇ ਸਾਡੇ 3 ਪੇਅਰ ਬਣੇ, 3 ਜੋੜੇ ਬਣੇ ਤੇ ਸਾਨੂੰ ਆਇਆ 4800 ਰੁਪਇਆ। ਔਰ ਇਹ 3 ਤੇ 3 6 ਲੋਕਾਂ ਦੀ ਟੀਮ ਨੇ ਮੰਨ ਲਓ ਅਗਰ ਕੰਮ ਕੀਤਾ, ਆਪਾਂ ਉਹਨਾਂ ਦੀ ਮਦਦ ਕੀਤੀ ਤੇ ਸਾਡੇ ਥੱਲੇ ਟੋਟਲ ਕਿਸੇ ਦਿਨ 30 ਲੋਕ ਖੱਬੇ 30 ਲੋਕ ਸੱਜੇ ਲੱਗੇ, ਉਹਨਾਂ ਨੇ ਵੀ ਪੈਸਾ ਕਮਾਇਆ। ਪਰ ਸਾਡੇ 30 ਜੋੜੇ ਬਣਨ ਤੇ ਸਾਨੂੰ ਟੋਟਲ 63040 ਰੁਪਏ ਸਾਡੇ ਖਾਤੇ ਦੇ ਵਿੱਚ ਆ ਚੁੱਕੇ ਹੁੰਦੇ ਨੇ। ਇਹ ਕੈਲਕੂਲੇਸ਼ਨ ਤੁਹਾਨੂੰ ਮੈਂ 2 ਡਾਇਰੈਕਟ ਤੋਂ ਬਾਅਦ ਅੱਗੇ ਜਿਹੜੀ ਟੀਮ ਬਿਲਡ ਹੋ ਰਹੀ ਹੈ ਉਹਦੇ ਹਿਸਾਬ ਨਾਲ ਦੱਸ ਰਿਹਾ। ਔਰ ਦੋਸਤੋ ਅਗਰ ਤੁਸੀਂ ਇਸ ਸਿਸਟਮ ਦੇ ਵਿੱਚ ਜੁੜ ਕੇ ਲੰਬਾ ਸਮਾਂ ਕੰਮ ਕਰਦੇ ਹੋ, 2 ਸਾਲ 3 ਸਾਲ ਇਸ ਸਿਸਟਮ ਨੂੰ ਦਿੰਦੇ ਹੋ ਔਰ ਆਪਣੀ ਟੀਮ ਨੂੰ 30,000 ਜੋੜਿਆਂ ਤੱਕ ਲੈ ਕੇ ਜਾਂਦੇ ਹੋ, ਔਰ ਜਦੋਂ ਤੁਹਾਡੇ ਸਿਸਟਮ ਦੇ ਵਿੱਚ 30,000 ਜੋੜੇ ਪੂਰੇ ਹੋ ਜਾਂਦੇ ਹਨ ਤੇ ਤੁਹਾਨੂੰ ਕਿੰਨਾ ਪੈਸਾ ਮਿਲ ਸਕਦਾ ਤੁਸੀਂ ਜਾਣ ਕੇ ਹੈਰਾਨ ਹੋਵੋਗੇ। ਟੋਟਲ 1,86,35,850 ਰੁਪਏ ਤੁਹਾਡੇ ਖਾਤੇ ਦੇ ਵਿੱਚ ਆ ਚੁੱਕੇ ਹੁੰਦੇ ਨੇ। ਔਰ ਇਹ ਪੈਸਾ ਕਮਾਉਣ ਤੋਂ ਬਾਅਦ ਵੀ ਤੁਸੀਂ ਇੱਥੋਂ ਅਰਨਿੰਗ ਲੈ ਸਕਦੇ ਹੋ, ਕਿਉਂਕਿ ਇੱਥੋਂ ਹਜੇ ਸ਼ੁਰੂਆਤ ਹੋਈ ਹੈ। ਮੈਂ ਦੱਸਿਆ ਸੀ ਕਿ ਸਿਰਫ 5 ਲੋਕਾਂ ਦੀ ਮਦਦ ਕਰਕੇ ਤੁਸੀਂ ਔਰ 4% ਲੋਕ ਜੋ ਆਪਣੀ ਜ਼ਿੰਦਗੀ ਦੇ ਵਿੱਚ ਫਾਈਨੈਂਸ਼ੀਅਲ ਸਿਕਿਉਰਿਟੀ ਦਾ ਆਨੰਦ ਮਾਣਦੇ ਨੇ ਉਹਨਾਂ ਲੋਕਾਂ ਵਿੱਚ ਸ਼ਾਮਿਲ ਹੋ ਸਕਦੇ ਹੋ, ਕਿਉਂਕਿ ਇਸ ਕਮਾਈ ਤੇ ਕਦੇ ਕਿਸੇ ਪ੍ਰਕਾਰ ਦੀ ਕੋਈ ਸੀਮਾ ਜਾਂ ਕਟੌਤੀ ਨਹੀਂ ਹੁੰਦੀ। ਹੁਣ ਆਪਾਂ ਗੱਲ ਕਰਾਂਗੇ ਤੀਸਰੀ ਇਨਕਮ ਈਜ਼ੀ ਲੈਵਲ ਦੇ ਵਿੱਚ ਸਾਡੇ ਥੱਲੇ ਜੁੜਨ ਵਾਲੇ ਹਰ ਇੱਕ ਵਿਅਕਤੀ ਤੋਂ ਸਾਨੂੰ ਮਿਲਦੇ ਨੇ ਟੋਟਲ 320 ਰੁਪਏ। ਇੱਕ ਮੈਂਬਰ ਦੀ ਕੀਮਤ 320 ਰੁਪਏ। ਦੂਸਰਾ ਜੁੜਿਆ ਟੋਟਲ 640। ਸੋ ਇਸ ਤਰੀਕੇ ਦੇ ਨਾਲ ਜਿੰਨੀ ਵਾਰ ਤੁਹਾਡੇ ਥੱਲੇ ਜਿੰਨੇ ਵੀ ਲੋਕ ਜੁੜਦੇ ਜਾਣਗੇ ਹਰ ਲੈਵਲ ਤੋਂ ਹਰ ਇੱਕ ਪੇਅਰ ਪਰਸਨ ਤੋਂ ਹਰ ਇੱਕ ਮੈਂਬਰ ਤੋਂ ਤੁਹਾਨੂੰ 320 ਦੇ ਹਿਸਾਬ ਨਾਲ ਪੈਸੇ ਆਉਣਗੇ। ਫਿਰ ਆਏ 1280, ਉਸ ਤੋਂ ਬਾਅਦ ਅਗਲੇ ਲੈਵਲ ਤੇ ਆਏ 2560 ਰੁਪਏ, ਉਸ ਤੋਂ ਬਾਅਦ ਅਗਲੇ ਲੈਵਲ ਤੇ ਆਏ 5120। ਸੋ ਕੁੱਲ ਮਿਲਾ ਕੇ ਹਰ ਇੱਕ ਮੈਂਬਰ ਤੋਂ ਤੁਹਾਨੂੰ ਆਉਂਦੇ ਹਨ 320 ਰੁਪਏ। ਔਰ 3 ਮੈਂਬਰ ਬਣਦੇ ਹੀ ਇਹ 320 3 ਗੁਣਾ 320 960 ਰੁਪਏ ਵੀ ਬਣ ਜਾਂਦੇ ਹਨ। ਔਰ 960 ਰੁਪਏ ਸੇਮ ਉਸੇ ਤਰੀਕੇ ਨਾਲ ਤੁਹਾਡੇ ਖਾਤੇ ਵਿੱਚ ਆਉਣਗੇ ਜਿਸ ਤਰ੍ਹਾਂ ਤੁਸੀਂ ਕਿਸੇ ਵਿਅਕਤੀ ਨੂੰ ਜੁੜਨ ਲੱਗਿਆ ਪਾਏ ਸੀ।
ਇਹ ਜਿਹੜੀ ਇਨਕਮ ਹੈ ਇਹਦੀ ਇੱਕ ਖਾਸੀਅਤ ਹੈ ਕਿ ਅਗਰ ਮੰਨ ਲਓ ਤੁਹਾਡੇ ਕਿਸੇ ਇੱਕ ਸਾਈਡ ਕੰਮ ਨਹੀਂ ਵੀ ਚੱਲਦਾ, ਫਿਰ ਵੀ ਤੁਹਾਨੂੰ ਇੱਕ ਲੈਗ ਤੇ ਕੰਮ ਕਰਨ ਨਾਲ, ਇੱਕ ਲੈਗ ਤੇ ਵਰਕਿੰਗ ਕਰਨ ਨਾਲ ਵੀ ਤੁਹਾਨੂੰ ਇਹ ਇਨਕਮ ਆਉਂਦੀ ਹੈ। ਔਰ ਇਹ ਆਉਂਦੀ ਹੈ ਐਕਟਿਵ 9 ਲੈਵਲ ਤੱਕ। ਐਕਟਿਵ 9 ਲੈਵਲ ਤੱਕ ਤੁਹਾਨੂੰ 320 ਰੁਪਏ ਜਿਹੜੇ ਆ ਹਰ ਇੱਕ ਮੈਂਬਰ ਤੋਂ ਤੁਹਾਡੇ ਖਾਤੇ ਦੇ ਵਿੱਚ ਆਉਂਦੇ ਜਾਣਗੇ। ਦੋਸਤੋ P2P ਵਿੱਚ ਪੈਸਾ ਕਮਾਉਣਾ ਆਸਾਨ ਕਿਉਂ ਹੈ? ਕਿਉਂਕਿ ਇੱਥੇ 3 ਤਰ੍ਹਾਂ ਦੀ ਬਿਹਤਰੀਨ ਇਨਕਮ, ਇੰਸਟੈਂਟ ਹੈਲਪ, ਮੈਚਿੰਗ ਹੈਲਪ ਤੇ ਈਜ਼ੀ ਲੈਵਲ ਦਾ ਇੱਕ ਬਹੁਤ ਹੀ ਖੂਬਸੂਰਤ ਕੰਬੀਨੇਸ਼ਨ ਬਣਾਇਆ ਗਿਆ ਹੈ ਜੋ ਅੱਜ ਤੱਕ ਹੋਰ ਕਿਸੇ ਮਾਡਲ ਦੇ ਵਿੱਚ ਨਹੀਂ ਹੈ। 100% ਦੀ ਡਿਸਟ੍ਰੀਬਿਊਸ਼ਨ ਹੈ ਔਰ ਤੁਸੀਂ ਬੜੀ ਆਸਾਨੀ ਨਾਲ ਇਹ ਪੈਸਾ ਕਮਾ ਸਕਦੇ ਹੋ। ਆਪਾਂ ਹੁਣ ਗੱਲ ਕਰਾਂਗੇ ਕਿ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਆਪਣੇ ਦੁਆਰਾ ਖੁਦ ਦੇ ਚਲਾਏ ਹੋਏ ਕੋਈ ਵੀ ਕੰਮ ਕਰਦੇ ਹਾਂ ਜਾਂ ਆਪਾਂ P2P ਵਿੱਚ ਵਰਕ ਕਰਦੇ ਹਾਂ ਤੇ ਦੋਵਾਂ ਦੇ ਵਿੱਚ ਸਾਨੂੰ ਕੀ ਘਾਟੇ ਜਾਂ ਵਾਧੇ ਹੁੰਦੇ ਹਨ, ਉਹਦੇ ਤੇ ਥੋੜੀ ਗੱਲਬਾਤ ਕਰਦੇ ਹਾਂ। ਇਹ ਆ ਇੱਕ ਸਾਈਡ ਨੇ ਤੁਹਾਡੇ ਖੁਦ ਦੇ ਆਪਣੇ ਬਣਾਏ ਹੋਏ ਕੰਮ, ਕੋਈ ਵੀ ਹੋ ਸਕਦਾ, ਤੁਹਾਡੀ ਕੋਈ ਦੁਕਾਨ ਜਾਂ ਛੋਟਾ ਮੋਟਾ ਬਿਜ਼ਨਸ, ਜਾਂ ਫਿਰ ਤੁਸੀਂ P2P ਕਮਿਊਨਿਟੀ 'ਚ ਜੁੜ ਕੇ ਵਰਕ ਕਰਦੇ ਹੋ, ਕੰਮ ਕਰਦੇ ਹੋ, ਤੇ ਤੁਹਾਨੂੰ ਕੀ ਮਿਲਦਾ? ਦੋਸਤੋ ਤੁਹਾਡੇ ਆਪਣੇ ਕੰਮ ਤੇ ਤੁਸੀਂ ਬਹੁਤ ਵੱਡੀ ਲਾਗਤ ਲਾਉਂਦੇ ਹੋ ਪਹਿਲਾਂ, ਫਿਰ ਤੁਹਾਡਾ ਕੰਮ ਸਟਾਰਟ ਹੁੰਦਾ। P2P ਨੂੰ ਸਟਾਰਟ ਕਰਨ ਲਈ ਸਾਡੀ ਲਾਗਤ ਜਿਹੜੀ ਆ ਬਹੁਤ ਹੀ ਛੋਟੀ ਜਿਹੀ ਲਾਗਤ ਹੈ। ਔਰ ਸਾਡੇ ਆਪਣੇ ਦੁਆਰਾ ਚਲਾਏ ਹੋਏ ਕੰਮਾਂ ਦੇ ਉੱਤੇ ਜਦੋਂ ਅਸੀਂ ਵੱਡਾ ਪੈਸਾ ਲਾ ਦਿੰਦੇ ਹਾਂ ਔਰ ਉਸ ਪੈਸੇ ਦੇ ਡੁੱਬਣ ਦਾ ਖਤਰਾ ਵੀ ਉਨਾ ਹੀ ਵੱਡਾ ਹੁੰਦਾ ਹੈ। ਪਰ ਜੇ ਅਸੀਂ ਪੈਸਾ ਛੋਟਾ ਲਾਇਆ ਫਿਰ ਸਾਡਾ ਰਿਸਕ ਕੋਈ ਨਹੀਂ ਰਹਿ ਜਾਂਦਾ। ਇੱਥੇ ਆਪਣੇ ਦੁਆਰਾ ਚਲਾਏ ਹੋਏ ਕੰਮਾਂ ਦੇ ਵਿੱਚ ਅਸੀਂ ਦੂਸਰੇ ਲੋਕਾਂ ਨਾਲ ਉਸ ਕੰਮ ਦਾ ਕੰਪੀਟੀਸ਼ਨ ਜਾਂ ਮੁਕਾਬਲਾ ਰੱਖਦੇ ਹਾਂ। ਜੇਕਰ ਸਾਡੇ ਵਰਗਾ ਕੰਮ ਕੋਈ ਹੋਰ ਬੰਦਾ ਚਲਾ ਰਿਹਾ ਤੇ ਸਾਡਾ ਉਸ ਬੰਦੇ ਦੇ ਨਾਲ ਇੱਕ ਦੂਜੇ ਦੇ ਗਾਹਕ ਖਿੱਚਣ ਦਾ ਕੰਪੀਟੀਸ਼ਨ ਹਮੇਸ਼ਾ ਚੱਲਦਾ ਰਹਿੰਦਾ। ਪਰ P2P ਦੇ ਵਿੱਚ ਇਹ ਸਿਸਟਮ ਜੋ ਹੈ ਮਦਦਗਾਰ ਸਿਸਟਮ ਹੈ। ਇਹ ਸਿਸਟਮ ਤੁਹਾਨੂੰ ਪੂਰੀ ਕਮਿਊਨਿਟੀ ਮਿਲ ਕੇ ਪੈਸਾ ਦਿਵਾਉਣ ਦੇ ਵਿੱਚ ਮਦਦ ਕਰਦੀ ਹੈ। ਆਪਣੇ ਦੁਆਰਾ ਚਲਾਏ ਹੋਏ ਕੰਮਾਂ ਦੇ ਵਿੱਚ ਅਸੀਂ ਆਪਣੇ ਥੱਲੇ ਉਸ ਕੰਮ ਨੂੰ ਆਸਾਨੀ ਨਾਲ ਚਲਾਉਣ ਲਈ ਕੁਝ ਲੋਕਾਂ ਨੂੰ ਤਨਖਾਹ ਦੇ ਉੱਤੇ ਰੱਖਦੇ ਹਾਂ। ਉਹਨਾਂ ਨੂੰ ਆਪਣੇ ਕਰਮਚਾਰੀ ਕਹਿ ਲਓ, EMPLOYEES ਕਹਿ ਲਓ, ਕਿਸੇ ਵੀ ਤਰੀਕੇ ਨਾਲ ਤੁਸੀਂ ਉਹਨਾਂ ਨੂੰ ਕੁਝ ਪੈਸਾ ਦੇ ਕੇ ਉਹਨਾਂ ਦੇ ਕੋਲੋਂ ਉਸ ਕੰਮ ਨੂੰ ਆਸਾਨੀ ਨਾਲ ਚਲਾਉਣ ਲਈ ਉਹਨਾਂ ਦੀ ਵਰਕਿੰਗ ਪਾਵਰ ਆਪਣੇ ਕੋਲ ਖਰੀਦਦੇ ਹੋ। ਪਰ P2P ਦੇ ਵਿੱਚ ਇੱਥੇ ਤੁਹਾਡੇ ਨਾਲ ਜੁੜਨ ਵਾਲਾ ਹਰ ਇੱਕ ਵਿਅਕਤੀ ਤੁਹਾਡੇ ਨਾਲ ਟੀਮ ਵਰਕ ਦੇ ਹਿਸਾਬ ਨਾਲ ਕੰਮ ਕਰਦਾ। ਜਿੰਨੇ ਵੀ ਲੋਕ ਇੱਥੇ ਤੁਹਾਡੇ ਨਾਲ ਜੁੜਨਗੇ ਸਾਰੇ ਲੋਕ ਤੁਹਾਡੀ ਟੀਮ ਦੇ ਮੈਂਬਰਸ ਹੋਣਗੇ। ਆਪਣੇ ਦੁਆਰਾ ਚਲਾਏ ਜਾਣ ਵਾਲੇ ਕੰਮਾਂ ਦੇ ਵਿੱਚ ਸਾਨੂੰ ਅਗਰ ਅਸੀਂ ਆਪਣੇ ਕੰਮ ਤੇ ਹਾਜ਼ਰੀ ਭਰਦੇ ਹਾਂ ਤੇ ਕਮਾਈ ਆਉਂਦੀ ਹੈ, ਨਹੀਂ ਤੇ ਨਹੀਂ ਆਉਂਦੀ। ਪਰ P2P ਕਮਿਊਨਿਟੀ ਦੇ ਵਿੱਚ ਕੁਝ ਸਮੇਂ ਬਾਅਦ ਤੁਹਾਨੂੰ ਬਿਨਾਂ ਕੰਮ ਦੇ ਵੀ ਕਮਾਈ ਆ ਸਕਦੀ ਹੈ। ਤੁਸੀਂ ਮਿਲ ਕੇ ਸਭ ਨੇ ਆਪਣੀ ਟੀਮ ਨੂੰ ਉਸ ਲੈਵਲ ਤੱਕ ਲੈ ਕੇ ਜਾਣਾ ਕਿ ਲੋਕ ਆਪਣੇ ਆਪ ਕੰਮ ਕਰਨਾ ਸ਼ੁਰੂ ਕਰ ਦੇਣ। ਸੋ ਅਗਰ ਤੁਸੀਂ ਫਿਰ ਕੁਝ ਟਾਈਮ ਬਾਅਦ ਥੋੜਾ ਘੱਟ ਵੀ ਕੰਮ ਕਰੋਗੇ ਪਰ ਤੁਹਾਨੂੰ ਪੈਸਾ ਜੋ ਹੈ ਉਹ ਹਮੇਸ਼ਾ ਵੱਧਦੇ ਕ੍ਰਮ ਵਿੱਚ ਆਉਂਦਾ ਜਾਵੇਗਾ। ਸੋ ਦੋਸਤੋ, ਕੀ ਤੁਸੀਂ ਆਪਣੀ ਜ਼ਿੰਦਗੀ ਦੇ ਜੋ ਸੁਪਨੇ ਨੇ, ਜਿਸ ਤਰ੍ਹਾਂ ਬਹੁਤ ਸਾਰੇ ਲੋਕਾਂ ਦਾ ਸੁਪਨਾ ਹੁੰਦਾ ਹੈ ਆਪਣਾ ਘਰ ਬਣਾਉਣਾ, ਕਿਸੇ ਨੇ ਕੋਈ ਵਧੀਆ ਗੱਡੀ ਲੈਣੀ ਹੈ ਜਾਂ ਕੋਈ ਫੋਰਨ ਟੂਰ ਵਗੈਰਾ, ਇਸ ਤਰੀਕੇ ਦੇ ਬਹੁਤ ਸਾਰੇ ਸੁਪਨੇ ਸਾਡੀ ਜ਼ਿੰਦਗੀ ਦੇ ਸਾਡੇ ਨਾਲ ਜੁੜੇ ਹੋਏ ਨੇ ਜੋ ਅਸੀਂ ਖੁੱਲੀਆਂ ਅੱਖਾਂ ਨਾਲ ਦੇਖਦੇ ਹਾਂ। ਕੀ ਤੁਸੀਂ ਆਪਣੇ ਸੁਪਨੇ ਸੱਚ ਕਰਨਾ ਚਾਹੁੰਦੇ ਹੋ? ਤੇ ਇਸ ਸਿਸਟਮ ਵਿੱਚ ਉਹ ਤਾਕਤ ਹੈ ਜੋ ਤੁਹਾਨੂੰ ਤੁਹਾਡੇ ਸੁਪਨਿਆਂ ਦੀ ਜ਼ਿੰਦਗੀ ਦੇ ਸਕਦਾ ਹੈ। ਆਓ ਇਸ ਦਾ ਹਿੱਸਾ ਬਣੀਏ ਔਰ ਇਸ ਰੈਵੋਲੂਸ਼ਨ ਦੇ ਨਾਲ ਜੁੜ ਕੇ ਆਪਣੀ ਜ਼ਿੰਦਗੀ ਦੇ ਸੁਪਨਿਆਂ ਨੂੰ ਸੱਚ ਕਰੀਏ। ਅਸੀਂ ਕਰਾਂਗੇ ਇਹਦੇ ਵਿੱਚ ਤੁਹਾਡੀ ਪੂਰੀ ਮਦਦ। ਅਗਰ ਤੁਸੀਂ ਚੈਨਲ ਤੇ ਪਹਿਲੀ ਵਾਰ ਹੋ ਤੇ ਤੁਸੀਂ ਇਸ ਵੀਡੀਓ ਨੂੰ ਸਬਸਕ੍ਰਾਈਬ ਜ਼ਰੂਰ ਕਰੋ। ਜਿੰਨੇ ਵੀ ਲੋਕ ਸਿਸਟਮ ਦੇ ਜੁੜਨਾ ਚਾਹੁੰਦੇ ਨੇ ਉਹ ਪਲੀਜ਼ ਥੱਲੇ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਸਾਡਾ ਨੰਬਰ ਦਿੱਤਾ ਗਿਆ ਹੈ, ਉਸ ਨੰਬਰ ਤੇ ਕਾਲ ਕਰਕੇ ਤੁਸੀਂ ਸਾਡੇ ਨਾਲ ਡਾਇਰੈਕਟ ਸੰਪਰਕ ਕਰ ਸਕਦੇ ਹੋ ਤੇ ਅਸੀਂ ਤੁਹਾਨੂੰ ਦੱਸਾਂਗੇ ਸਿਸਟਮ ਦੇ ਵਿੱਚ ਮੈਕਸਿਮਮ ਅਰਨਿੰਗ ਕਿਸ ਤਰੀਕੇ ਨਾਲ ਤੁਸੀਂ ਕਰ ਸਕਦੇ ਹੋ। ਉਹਦੀ ਹਰ ਇੱਕ ਸ਼ਾਨਦਾਰ ਤੇ ਖੂਬਸੂਰਤ